ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਰੀ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਰਾਵੋ। ਮਨ ਮਤਵਾਰ ਮੇਰ ਸਰ ਪਾਠੀ, ਅੰਮ੍ਰਿਤ ਧਾਰ ਚੁਆਵੋ। ਭਗਤ ਜੀ ਦੀ ਬਾਣੀ ਚੱਲ ਰਹੀ ਹੈ। ਬੋਲੋ ਭਈਆ ਰਾਮ ਕੀ ਦੁਹਾਈ, ਪੀਵੋ ਸੰਤ ਸਦਾ ਮਤ ਦੁਰਲਭ, ਸਹਿਜੇ ਪਿਆਸ ਬੁਝਾਈ ਰਹੋ। ਭੈ ਵਿੱਚ ਭਾਓ ਭਾਏ ਕੋ ਬੁਝ ਹੈ, ਹਰ ਰਸ ਪਾਵੈ ਭਾਈ। ਜੇਤੇ ਘਟ ਅੰਮ੍ਰਿਤ ਸਭ ਹੀ ਮੈਂ, ਭਾਵੈ ਤਿਸਹਿ ਪਿਆਈ। ਨਗਰੀ ਏਕੈ ਨੌ ਦਰਵਾਜੇ, ਧਾਵਤ ਬਰਜ ਰਹਾਈ। ਤ੍ਰਿਕਟੀ ਛੂਟੈ ਦਸਵਾਂ ਦਰ ਖੂਲੈ, ਤਾਂ ਮਨ ਖੀਵਾ ਭਾਈ। ਅਭੈ ਪਦ ਪੂਰ ਤਾਪ ਤਹਿ ਨਾਸੇ, ਕਹਿ ਕਬੀਰ ਵਿਚਾਰੀ। ਉਵਟ ਚਲੰਤੇ ਇਹ ਮਦ ਪਾਇਆ, ਜੈਸੇ ਖੂੰਦ ਖੁਮਾਰੀ। ਕਬੀਰ ਸਾਹਿਬ ਦੀ ਬਾਣੀ ਚੱਲਦੀ ਹੈ। ਕਹਿ ਰਹੇ ਆ ਰੀ ਕਲਵਾਰ ਗਵਾਰ ਮੂਡ ਮਤ। ਕਲਵਾਰ ਮੈਨੇ ਕਲੇਸ਼ਾਂ ਵਾਲੀ, ਇਹ ਕਲੇਸ਼ਾਂ ਨੂੰ ਧਾਰਨ ਵਾਲੀ। ਗਵਾਰ ਮੈਨੇ ਮੂਰਖ, ਅਤੀ ਬਹੁਤ ਮੂਰਖ ਬੁੱਧੀ। ਕਹਿੰਦੇ ਤੂੰ ਬਾਸ਼ਨ ਰੂਪੀ ਜਿਹੜੀ ਪਵਨ ਆ, ਸੰਸਾਰ ਵੱਲੋਂ ਉਲਟੀ ਕਰਕੇ ਤੇ ਉਲਟੋ ਪਵਨ ਫਰਾਵੋ, ਪਰਮੇਸ਼ਰ ਵਾਲੇ ਪਾਸੇ ਫਰਾਵੋ, ਇਹਨੂੰ ਉੱਧਰ ਮੋੜ। ਭਾਵ ਕੀ ਆ, ਪ੍ਰਤੱਖ ਜਿਹੜੇ ਪ੍ਰਾਣ ਰੂਪੀ ਪਵਨ ਆ, ਉਹ ਨੀਚੇ ਤੋਂ ਉੱਪਰ 10ਵੇਂ ਦੁਆਰ ਵੱਲ ਮੋੜ ਲੈ। ਕਿਉਂਕਿ ਜਦੋਂ ਮਨ ਨੀਚੇ ਜਾਂਦਾ ਤੇ ਵਿਕਾਰਾਂ ਵੱਲ ਨੂੰ, ਉੱਪਰ ਜਾਂਦਾ ਫਿਰ ਬਿਰਤੀ ਸ਼ੁੱਧ ਹੁੰਦੀ ਹੈ। ਮਨ ਮਤਵਾਰ ਮੇਰ ਸਰ ਪਾਠੀ, ਅੰਮ੍ਰਿਤ ਧਾਰ ਚੁਆਵੋ। ਇਹ ਜਿਹੜਾ ਮਨ ਹੈ ਮਤਵਾਲਾ ਆ, ਮਸਤ ਹੋ ਜਾਣਾ। ਮੇਰ ਸਰ ਮੈਨੇ ਜਿਹੜਾ ਸਮੇਰ ਪਰਵਤ ਦੇ ਵਾਂਗੂ ਸਾਰਿਆਂ ਦਾ ਮੁਖੀ ਸ਼੍ਰੋਮਣੀ ਪਰਮਾਤਮਾ, ਤੇ ਇਸ ਕੋ ਪਾਠੀ ਕਰ, ਪੱਠੀ ਬਣਾ। ਔਰ ਮੇਰੂ ਜਿਹੜਾ 10ਵਾਂ ਦੁਆਰ ਆ, ਕਹਿੰਦੇ ਉਹਨੂੰ ਪੱਠੀ ਦੀ ਤਰ੍ਹਾਂ ਕਰ ਲੈ। ਅਥਵਾ ਜਿਹੜਾ ਪ੍ਰਤੱਖ ਤੌਰ 'ਤੇ 10ਵੇਂ ਦੁਆਰ 'ਚ ਅੰਮ੍ਰਿਤ ਦੀ ਧਾਰ, ਕਹਿੰਦੇ ਕਿਵੇਂ, ਜਿਹੜਾ ਆਤਮਾ ਜਾਂਦੇ ਆ ਉਹਨੂੰ ਚੋਣਾ ਕਰ, ਭਾਵ ਉਹਨੂੰ ਪ੍ਰਗਟ ਕਰ। ਬੋਲੋ ਭਈਆ ਰਾਮ ਕੀ ਦੁਹਾਈ, ਪੀਵੋ ਸੰਤ ਸਦਾ ਮਤ ਦੁਰਲਭ, ਸਹਿਜੇ ਪਿਆਸ ਬੁਝਾਈ ਰਹੋ। ਵਿਸ਼ਰਾਮ ਦੇ ਕੇ ਕਹਿ ਰਹੇ ਆ, ਇਹ ਭਾਈ ਜਨੋ, ਕਹਿੰਦੋ ਤੁਹਾਨੂੰ ਰਾਮ ਦੀ ਦੁਹਾਈ ਹੈ, ਰਾਮ ਦੀ ਸਹੁੰ ਆ। ਹਾਂਜੀ, ਜਿਸ ਪਰਮੇਸ਼ਰ ਦੀ ਸਾਰੇ ਦੁਹਾਈ ਫਿਰ ਰਹੀ ਹੈ, ਉਹਦੇ ਹੁਕਮ ਰੂਪੀ ਦੋਹੀ ਫਿਰ ਰਹੀ ਹੈ। ਜਿਸ ਪਰਮੇਸ਼ਰ ਦਾ ਜਸ ਕਹਿੰਦੇ ਉਚਾਰਨ ਕਰੋ, ਉਹਦੇ ਜਸ ਨੂੰ ਕਹੋ। ਸੰਤਾਂ ਦੀ ਜਿਹੜੀ ਮੱਤ ਆ, ਉਹਨੂੰ, ਉਹਨਾਂ ਦੀ ਸਿੱਖਿਆ ਨੂੰ ਧਾਰ ਕੇ ਜਿਹੜਾ ਦੁਰਲੱਭ ਸ੍ਰੇਸ਼ਟ ਆਤਮਾ ਆਨੰਦ ਆ, ਆਤਮਾ ਆਨੰਦ ਰੂਪੀ ਅੰਮ੍ਰਿਤ ਆ, ਉਹਨੂੰ ਸਦਾ ਵਾਸਤੇ ਪੀਣਾ ਕਰੋ। ਜਿਹਨੀ ਕਹਿੰਦੇ ਪੀਤਾ ਆ, ਕਹਿੰਦੇ ਫਿਰ ਉਸ ਅੰਮ੍ਰਿਤ ਨੂੰ ਪੀ ਕੇ ਇਹ ਜਿਹੜੀ ਵਿਸ਼ੇ ਵਿਕਾਰਾਂ ਦੀ ਪਿਆਸ ਆ, ਇਹ ਉਹਨਾਂ ਨੇ ਬੁਝਾ ਦਿੱਤੀ ਹੈ। ਭੈ ਵਿੱਚ ਭਾਓ ਭਾਏ ਕੋ ਬੁਝ ਹੈ, ਹਰ ਰਸ ਪਾਵੇ ਭਾਈ। ਕਹਿੰਦੇ ਜਿਹੜਾ ਉਹਦੇ ਭੈ ਵਿੱਚ, ਭਾਓ ਮੈਨੇ ਹਾਂਜੀ ਗਿਆਨ ਦੀ ਪ੍ਰਾਪਤੀ ਕਰਨੀ ਭੈ 'ਚ ਰਹਿ ਕੇ, ਕਿਉਂਕਿ ਭੈ ਤੋਂ ਬਿਨਾਂ ਭਗਤੀ ਵੀ ਨਹੀਂ ਹੁੰਦੀ। ਅੱਜ ਕੱਲ੍ਹ ਉੱਠਣੇ ਬਹੁਤ ਔਖਾ, ਨਹਾਉਣਾ ਬੜਾ ਔਖਾ। ਡਰ ਹੋਵੇ ਤਾਂ ਉੱਠ ਹੁੰਦਾ, ਨਹੀਂ ਤਾਂ ਜੁਲੜ ਕਿੱਥੇ ਛੱਡਦਾ। ਭੈ ਦੇ ਵਿੱਚ ਰਹਿਣਾ, ਉਹਦੇ 'ਚ ਭਾਓ ਜਿਹੜਾ ਉਹਦਾ ਪਿਆਰ ਆ, ਤੇ ਭਾਏ ਜਿਹੜੀ ਉਹਦੀ ਆਗਿਆ ਆ। ਪਹਿਲਾਂ ਤਾਂ ਕਹਿੰਦੇ ਭੈ ਹੋਏਗਾ, ਫਿਰ ਸਾਧਨ ਜਿਹੜੇ ਕਰਾਂਗੇ, ਫਿਰ ਗਿਆਨ ਪ੍ਰਾਪਤ ਹੋਏਗਾ। ਹਾਂਜੀ, ਫਿਰ ਕਹਿੰਦੇ ਭਾਏ ਪ੍ਰੇਮ ਕਰਕੇ ਗਿਆਨ ਦਾ ਜਿਹੜਾ ਮਹਾਤਮ ਆ, ਉਹਨੂੰ ਕੋਈ ਬਿਰਲਾ ਹੀ ਸਮਝਦਾ। ਕਹਿੰਦੇ ਇਸ ਵਾਸਤੇ ਇਹ ਭਾਈ ਉਹ ਪੁਰਖ ਪਰਮਾਤਮਾ ਦੇ ਅੰਮ੍ਰਿਤ ਰੂਪੀ ਰਸ ਨੂੰ ਪੀਂਦੇ ਆ। ਹਾਂਜੀ, ਉਹ ਆਨੰਦ ਨੂੰ ਮਾਣਦੇ ਹਨ।
ਜੇਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੈ ਤੇ ਸਹਿ ਪੀ ਆਈ। ਕਹਿੰਦੇ ਜਿੰਨੇ ਘਟ ਹਿਰਦੇ ਆ ਅੰਮ੍ਰਿਤ ਤਾਂ ਸਾਰਿਆਂ 'ਚ ਹੀ ਆ, ਲੇਕਿਨ ਕਹਿੰਦੇ ਜਿਹਨੂੰ ਪਰਮੇਸ਼ਰ ਚਾਹੁੰਦਾ ਉਹਨੂੰ ਪਿਲਾਉਂਦਾ। ਦਰਬਾਰ ਸਾਹਿਬ ਅੰਮ੍ਰਿਤ ਦਾ ਸਰੋਵਰ ਆ, ਕਿੰਨਾ ਸੋਹਣਾ ਦਰਬਾਰ ਸਾਹਿਬ ਆ। ਅਤੇ ਉੱਥੇ ਡੈਰੀ ਲੈ ਕੇ ਨੋਟ ਕਰ ਲਿਓ, ਕਈ ਅੰਮ੍ਰਿਤਸਰ ਜੰਮੇ ਆ, ਉੱਥੇ ਰਹਿ ਉੱਥੇ ਮਰ ਗਿਆ, ਉਹਨੇ ਮਹਾਰਾਜ ਦੇ ਮੱਥਾ ਨਹੀਂ ਟੇਕਿਆ ਹੋਣਾ। ਸੁਲਤਾਨਪੁਰ 'ਚ ਹੀ ਲੱਝ ਲਿਓ, ਇੱਥੋਂ ਲੱਝ ਪਣੇ ਤੁਹਾਨੂੰ, ਭਾਗਾਂ ਨਹੀਂ ਆ। ਨਹੀਂ ਤਾਂ ਇੱਧਰ ਸੁਰਤੀ ਆਉਂਦੀ ਹੀ ਨਹੀਂ, ਦੋਏ ਪਾਸੇ ਤਾਂ ਦੌੜਾ ਫਿਰਦਾ, ਇੱਧਰ ਨਹੀਂ ਆਉਂਦਾ, ਇੱਧਰ ਨਹੀਂ ਮਨ ਆਉਂਦਾ। ਹਾਂਜੀ, ਕਹਿੰਦੇ ਬਿਰਲਾ ਹੀ ਆਨੰਦ ਨੂੰ ਪਾਉਂਦਾ। ਜੇਤੇ ਘਟ ਅੰਮ੍ਰਿਤ ਸਾਹਿਬ ਕਹਿੰਦੇ ਹੈਗਾ ਸਾਰਿਆਂ 'ਚ, ਇਹ ਨਹੀਂ ਵੀ ਰੱਬ ਦਵੈਸ਼ ਕਰਦਾ ਉਹਦੇ ਹੈਗਾ ਉਹਦੇ ਨਹੀਂ ਹੈਗਾ, ਆਤਮਾ ਸਾਰਿਆਂ 'ਚ ਉਹੀ। ਪਰ ਜੀਤੇ ਕਿਰਪਾ ਕਰਦਾ ਉਹ ਅੰਮ੍ਰਿਤ ਪੀਂਦਾ, ਨਹੀਂ ਦੁਨੀਆ ਜ਼ਹਿਰ ਹੀ ਪੀ ਜਾਂਦੀ ਹੈ। ਮਨ ਦੀ ਜ਼ਹਿਰ ਵੀ ਹੈ, ਬਾਹਰ ਦੀ ਜ਼ਹਿਰ ਵੀ ਪੀ ਜਾਂਦੇ ਆ। ਨਸ਼ੇ ਨੁਸ਼ੇ ਕਿੰਨਾ ਵਿਸ਼ੇ ਵਿਕਾਰਾਂ ਦੀ ਜ਼ਹਿਰ ਆ। ਨਗਰੀ ਇੱਕ ਹੈ 9 ਦਰਵਾਜ਼ੇ ਧਾਵਤ ਵਰਜ ਰਹਾਈ। ਕਹਿੰਦੇ ਆ ਸਰੀਰ ਰੂਪੀ ਨਗਰੀ ਤਾਂ ਇੱਕੋ ਹੀ ਹੈ, ਅਤੇ 9 ਗੋਲਕਾਂ ਦੇ ਦਰਵਾਜ਼ੇ ਆ। ਜਿੰਨੇ ਅੱਖਾਂ ਨੱਕ ਕੰਨ ਮੂੰਹ, ਇਹ ਗੋਲਕਾਂ ਦੇ ਦਰਵਾਜ਼ੇ ਆ। ਇਹ ਖੁੱਲ੍ਹੇ ਆ ਅਤੇ 10ਵੇਂ ਦੁਆਰ ਦਾ ਬੰਦ ਆ। ਕਹਿੰਦੇ ਉਹ ਦਰਵਾਜ਼ੇ ਜਿਹੜੇ ਆ ਉਹਦੇ 'ਚ ਬਿਰਤੀ ਜਿਹੜੀ ਹੈ ਜਾਂ ਜਿਹੜੀ ਹਵਾ ਆ ਸਵਾਸ ਆ ਉਹ ਦੌੜਾ ਫਿਰਦਾ ਆ। ਪਰ ਜਿਹੜੇ ਗੁਰਮੁਖ ਆ ਉਹਨਾਂ ਨੇ ਇਹਨੂੰ, ਕਿਉਂਕਿ ਸਵਾਸ ਨਾਲ ਹੀ ਮਨ ਦੌੜਾ ਫਿਰਦਾ, ਉਹ ਪੌਣ ਦੌੜ ਰਹੀ ਹੈ। ਕਹਿੰਦੇ ਉਹਨਾਂ ਨੇ ਉਹਨੂੰ ਰੋਕ ਕੇ ਠਹਿਰਾਇਆ, ਰੋਕਿਆ। ਜਿਹੜੇ ਸਵਾਸ ਰੋਕਦਾ ਮਨ ਵੀ ਨਾਲ ਰੋਕਦਾ। ਫਿਰ ਤ੍ਰਿਕਟੀ ਛੂਟੈ 10ਵਾਂ ਦਰ ਖੂਲੈ ਤਾਂ ਮਨ ਖੀਵਾ ਭਾਈ। ਫਿਰ ਕਹਿੰਦੇ ਧਿਆਤਾ ਧਿਆਨ 'ਤੇ। ਧਿਆਤਾ ਕੌਣ ਆ? ਧਿਆਉਣ ਵਾਲਾ। ਤੇ ਉਹ ਵਸਤੂ ਜਿਹਦਾ ਧਿਆਨ ਕਰਨਾ, ਧਿਆਨ ਉਹ ਹਾਂਜੀ ਜਿਹੜਾ ਸੁਰਤੀ ਟਿਕਾਉਣੀ ਆ। ਇਸ ਕਰਕੇ ਕਹਿੰਦੇ ਆ ਕਿ ਜਦੋਂ ਇਹ ਤ੍ਰਿਕਟੀ ਜਿਹੜੀ 3 ਹੋ ਗਿਆ ਨਾ, ਧਿਆਤਾ ਧਿਆਨ 'ਤੇ 3 ਚੀਜ਼ਾਂ, ਤ੍ਰਿਕਟੀ ਛੂਟੈ। ਜਿਹੜੇ ਕਹਿੰਦੇ ਨਾ ਤਿੰਨਾਂ ਦੀ ਛੂਟ ਐਵੇਂ ਨੇ ਨਿਵਰਤੀ ਹੋ ਜਾਏ, ਦੂਰ ਹੋ ਜਾਣ। ਹਾਂਜੀ, ਸਤੋ ਰਜੋ ਤਮੋ ਭਾਵ ਚੁੱਕਿਆ ਜਾਏ। ਫਿਰ ਬਿਰਤੀ ਕਹਿੰਦੀ ਹੈ, ਬਿਰਤੀ ਜਿਹੜੀ ਹੈ ਉਹ ਫਿਰ ਗਾੜੀ ਹੋ ਜਾਂਦੀ ਹੈ। ਨਹੀਂ ਤਾਂ ਪਦਾਰਥਾਂ ਨੂੰ ਦੇਖ ਕੇ ਮਨ ਪਤਲਾ ਪਈ ਜਾਂਦਾ। ਜਿਵੇਂ ਹਲਕਿਆ ਕੁੱਤਾ ਦੌੜਦਾ ਨਾ, ਪਦਾਰਥਾਂ ਨੂੰ ਦੇਖ ਦੇਖ ਕੇ ਭੱਜਦਾ ਇਹ। ਫਿਰ ਕਹਿੰਦੇ 10ਵਾਂ ਦਰ ਦਰਵਾਜ਼ਾ ਜਿਹੜਾ ਅੰਮ੍ਰਿਤ ਦਾ ਫੇਰ ਖੁੱਲ੍ਹਦਾ। ਹਾਂਜੀ, ਅਤੇ ਨਹੀਂ ਤਾਂ ਫਿਰ ਜ਼ਹਿਰੇ ਪੀ ਜਾਂਦਾ। ਔਰ ਕਹਿੰਦੇ ਫਿਰ ਤੇਰਾ ਜਿਹੜਾ ਮਨ ਆ ਖੀਵਾ ਅਮਲੀ ਹੋ ਜਾਏਗਾ। ਅਤੇ ਜਦੋਂ ਬਿਰਤੀ ਉਹਦੇ ਨਾਲ ਜੁੜ ਗਈ ਫਿਰ ਆਤਮਾ ਆਨੰਦ ਪ੍ਰਾਪਤ ਹੋ ਜਾਏਗਾ। ਅਭੈ ਪਦ ਪੂਰ ਤਾਪ ਤਹਿ ਨਾਸੇ ਕਹਿ ਕਬੀਰ ਵਿਚਾਰੀ। ਭਗਤ ਜੀ ਕਹਿੰਦੇ ਅਭੈ ਪਦ ਜਿੱਥੇ ਜਾ ਕੇ ਕੋਈ ਡਰ ਖੌਫ ਨਹੀਂ ਰਹਿੰਦਾ। ਬੰਦ ਕੱਟਦਾ ਆ ਰਹੇ ਫਿਰ ਤੇ ਜਬੂਰਾਂ ਨਾਲ ਮਾਸ ਨੋਚ ਤੇ ਖੋਪਰੀਆਂ ਲਾਈਆਂ, ਹੋਇਆ ਡਰ ਪੈਦਾ, ਬੈਠੇ ਨੇ ਡਰ। ਅਭੈ ਪਦ ਵੀ ਆ ਜਾਂਦੀ ਹੈ। ਅਭੈ ਪਦ ਪੂਰ। ਹਾਂਜੀ, ਅਭੈ ਪਦ ਜਿਹਨਾਂ ਨੇ ਮਨ 'ਚ ਪੂਰਾ ਕਰ ਲਿਆ, ਕਿਉਂਕਿ ਨਿਰਭਉ ਹੋਏ ਭਜੋ ਭਗਵਾਨ। ਜਦੋਂ ਪਰਮਾਤਮਾ ਉਹਦਾ ਭਜਨ ਕੀਤਾ ਫਿਰ ਨਿਰਭੈਤਾ ਆਉਂਦੀ। ਪ੍ਰਹਲਾਦ ਦੇਖ ਲਓ, ਡਰਾਉਂਦੇ ਰਹੇ, ਡਰਿਆ ਭੋਰਾ। ਪਰ ਸਾਹਿਬਜ਼ਾਦੇ ਲੈ ਲਓ, ਡਰੇ ਉਹਨਾਂ ਦੇ ਡਰਾਇਆ, ਆਪਣੇ ਉਸੂਲ 'ਚ ਕਾਇਮ ਰਹੇ, ਨਿਰਭੈ ਪਦਵੀ 'ਚ ਰਹੇ। ਤਾਪ ਤੈ ਨਾਸੇ, ਉੱਥੇ ਫਿਰ ਜਿੰਨੇ ਤਾਪ ਹੈ, ਮਨ ਦੇ ਦੁੱਖ ਹੈ, ਸਰੀਰ ਦੇ ਹੈ, ਤਨ ਦੇ, ਸਭ ਨਾਸ ਹੋ ਜਾਂਦੇ। ਕਹਿ ਕਬੀਰ ਵਿਚਾਰੀ। ਕਬੀਰ ਸਾਹਿਬ ਜੀ ਇਹ ਵਿਚਾਰ ਦੀ ਗੱਲ ਕਹਿ ਰਹੇ ਹਨ। ਉਬਟ ਚਲਨ ਤੇ ਇਹੋ ਮਦ ਪਾਇਆ ਜੈਸੇ ਖੂੰਦ ਕੁਮਾਰੀ। ਕਹਿੰਦੇ ਸੰਸਾਰ 'ਤੇ ਜਿਹੜੇ ਉਬਟ ਮੈਨੇ ਉਲਟ ਹੋ ਕੇ ਚੱਲਦੇ ਨਾ, ਦੁਨੀਆ ਲੋਕ ਲਾਚ ਫਸੀ। ਲੋਕ ਕੀ ਕਹਿਣਗੇ? ਇਹ ਗੁਰਦੁਆਰੇ ਜਾਂਦਾ, ਸਾਧਾਂ ਕੋ ਜਾਂਦੇ ਆ, ਇਹਨੂੰ ਹੁਣੇ ਅੰਮ੍ਰਿਤ ਛਕ ਲਿਆ, ਆ ਖਾਣ ਪੀਣ ਦੀ ਉਮਰ ਸੀ, ਬਹੁਤ ਝੇਡਾਂ ਕਰਦੇ ਆ। ਹਾਂਜੀ, ਆ ਬੀਬੀਆਂ ਇੱਥੋਂ ਆਇਆ ਕਰਨ, ਉਹ ਦੁੱਧ ਲਿਆਉਣਾ ਨਾ ਡੋਲੂਆਂ 'ਚ, ਅਤੇ ਬੇਰ ਸਾਹਿਬ ਦੇ ਜਾਣਾ। ਉੱਥੇ ਉਹ ਖੁੰਡ ਪਾਲਟੀ ਬੈਠੀ ਹੁੰਦੀ ਹੈ। ਇਹ ਕਹਿਣਾ ਉੱਥੋਂ ਦਾਲ ਲੈ ਕੇ ਆਉਣੀ ਆ, ਕੜੀ ਲੈ ਕੇ ਆਉਣੀ ਆ। ਉਹ ਜਦੋਂ ਰੋਜ਼ ਟੀਚਰਾਂ ਕਰੋ ਫਿਰ ਬੰਦਾ ਅੱਕ ਜਾਂਦਾ। ਇੱਕ ਦਿਨ ਫਿਰ ਉਹਨੇ ਡੋਲੂ ਮੂਹਰੇ ਰੱਖ ਤੇ ਲਓ, ਖਾ ਲਓ ਤੁਸੀਂ ਵੀ। ਉਹ ਹੈਗਾ ਸਰੋਵਰ ਦਾ ਜਲ ਸੀ, ਕਿ ਚਲੋ ਘਰੇ ਛਿੱਟਾ ਮਾਰਾਂਗੇ। ਸੰਗਤ ਦੀ ਧੂੜ ਜਿਹੜੀ
ਪਰ ਉਹ ਜਿਨ੍ਹਾਂ ਨੂੰ ਫਿਰ ਬੜੇ ਸ਼ਰਮਿੰਦੇ ਹੋਏ। ਇਸ ਤਰ੍ਹਾਂ ਕਹਿੰਦੇ ਜਿਹੜਾ ਸੰਸਾਰ ਆ ਇਹ ਤੋਂ ਫਿਰ ਉਲਟ ਚੱਲਦੇ ਆ। ਦੁਨੀਆ ਸੰਸਾਰ ਨਾਲ ਚੱਲਦੀ ਹੈ। ਜਿੱਧਰ ਸੰਸਾਰ ਦੇ ਲੋਕ ਜਾਂਦੇ ਉੱਧਰ ਆ ਲੋ ਜੀ ਲੋਕ ਕੀ ਕਹਿਣਗੇ, ਉਹ ਨਹੀਂ ਫਿਰ ਪਰਵਾਹ ਕਰਦੇ। ਸੰਸਾਰ ਦੇ ਫਸੇ ਨਾ, ਤੇਰੀ ਨੂੰਹ ਵੀ ਚੂੜੇ ਤੋਂ ਡਰਦੀ ਹਟ ਗਈ। ਲੋਕ ਲਾਜ ਫਸਿਓ ਆ, ਸੰਗਤ ਦੀ ਲਾਜ ਨਹੀਂ, ਲੋਕ ਲਾਜ ਆ ਕਿ ਨਹੀਂ। ਆਹ ਨਾ ਕੀਤਾ ਉਹ ਨਾ ਕੀਤਾ, ਲੋਕ ਲਾਜ ਫਸੇ ਪਏ ਆ। ਮਹਾਰਾਜ ਕਹਿੰਦੇ ਉਬਟ ਚਲਨ ਤੇ ਇਹ ਮਦ ਪਾਇਆ ਜੈਸੇ ਖੂੰਦ ਕੁਮਾਰੀ। ਕਹਿੰਦੇ ਜਿਹੜੇ ਸੰਸਾਰ ਤੋਂ ਉਲਟ ਚੱਲਦੇ ਨਾ ਗੁਰੂ ਕੀ ਮਰਜ਼ਾਦਾ 'ਚ, ਉਹਨਾਂ ਨੇ ਕਹਿੰਦੇ ਇਹ ਮਦ ਪਾਇਆ ਹੈ। ਇਹ ਸ਼ਬਦ ਦਾ ਮਤਲਬ ਕੀ ਹੈ? ਹਾਂਜੀ, ਮਦ ਪਾਇਆ। ਹਾਂਜੀ, ਫਿਰ ਅੰਮ੍ਰਿਤ ਦਾ ਜਿਹੜਾ ਪਿਆਲਾ ਸੀ ਉਹ ਪਾ ਲਿਆ, ਮਸਤੀ ਪਾ ਲਈ, ਖੁਮਾਰੀ ਪਾ ਲਈ। ਕਹਿੰਦੇ ਜਿਲੇ ਫਿਰ ਉਹ ਜਿਵੇਂ ਦੂਆ ਮਦ ਪੀਂਦਾ ਅਤੇ ਚੜ੍ਹਦੀ ਨਾ ਮਸਤੀ, ਜਿਲੇ ਫਿਰ ਅੰਮ੍ਰਿਤ ਰੂਪੀ ਮਦ ਪੀਤਾ, ਖੂੰਦ ਖੁਮਾਰੀ। ਫਿਰ ਕੀ ਹੋਇਆ? ਅਤੇ ਫਿਰ ਖੂੰਦ ਜਿਹੜਾ ਪਿਆਲਾ ਪੀਣੇ ਨਾ ਪੁਰਸ਼ ਨੂੰ ਖੁਮਾਰੀ ਚੜ੍ਹ ਜਾਂਦੀ ਹੈ। ਹਾਂਜੀ ਹਾਂਜੀ, ਖੋਦ ਮੈਨੇ ਸੁੰਘਣੇ ਨਾ, ਧਰਤੀ ਸੁੰਘਣੇ ਨਾ ਖੁਮਾਰੀ ਚੜ੍ਹਦੀ ਨਾ, ਜਿਵੇਂ ਵਾਸ਼ਣ ਵਾਲੀ ਚੀਜ਼ ਸੁੰਘੀਏ ਤਾਂ ਖੁਮਾਰੀ ਚੜ੍ਹਦੀ। ਇਸ ਤਰ੍ਹਾਂ ਕਹਿੰਦੇ ਫਿਰ ਖੁਮਾਰੀ ਚੜ੍ਹਦੀ ਹੈ। ਫਿਰ ਉਹਨੂੰ ਖਾਰਾ ਅਤੇ ਮਿੱਠੇ ਦਾ ਪਤਾ ਲੱਗ ਜਾਂਦਾ। ਹਾਂਜੀ, ਇਸ ਵਾਸਤੇ ਕਹਿੰਦੇ ਉਹ ਜਿਹੜਾ ਪੁਰਸ਼ ਆ ਬ੍ਰਹਮਾਨੰਦ ਦੇ ਅੰਮ੍ਰਿਤ ਕਰਕੇ ਮਸਤ ਹੋ ਗਿਆ। ਕਬੀਰ ਸਾਹਿਬ ਕਹਿੰਦੇ ਉਹ ਬ੍ਰਹਮਾਨੰਦ ਦਾ ਜਿਹੜਾ ਆਨੰਦ ਆ ਉਹਦੇ 'ਚ ਮਸਤ ਹੋਇਆ। ਇਹ ਕਦੋਂ ਮਦ ਪਾਇਆ? ਜ਼ਿਲ੍ਹੇ ਸੰਸਾਰ ਤੋਂ ਉਲਟ ਚੱਲੇ ਹੈਂ। ਲੋਕ ਟੰਬ ਸਭੂ ਤੇ ਤੋਰਿਆ ਤਾਂ ਆਪਨ ਬੇਢੀ ਆਵੈ। ਕਬੀਰ ਦੇ ਘਰ ਵਾਲੀ ਸੀ ਨਾ ਪਹਿਲਾਂ, ਉਹ ਆਈ, ਉਹ ਤੋਂ ਘੁੰਡ ਜਿਹਾ ਕੱਢ ਕੇ ਫਿਰੀ ਜਾਏ ਹੈਂ। ਕਹਿੰਦੇ ਇੱਥੇ ਤੇਰਾ ਗੁਜ਼ਾਰਾ ਨਹੀਂ ਹੋਣਾ, ਇੱਥੇ ਤਾਂ ਸੰਤਾਂ ਦੀ ਸੇਵਾ ਕਰਨੀ ਪੈਣੀ ਆ। ਦੇਖ ਲਾ, ਉਹ ਲੋਕ ਲਾਜ ਫਸੀ ਹੋ ਸੀ। ਫਿਰ ਲੋਈ ਆ ਗਈ, ਉਹ ਵੀ ਲੱਗੀ ਕਰਨੀ ਇਹੋ ਜਿਹਾ ਖੇਖਣ ਜਾ। ਫਿਰ ਕਬੀਰ ਸਾਹਿਬ ਕਹਿੰਦੇ ਘੂੰਘਟ ਕੱਢ ਗਈ ਤੇਰੀ ਆਗੇ, ਤੈਨੂੰ ਕੀ ਗੱਲ ਤੋਹੇ ਸੰਗ ਲੱਗ ਗਿਆ। ਅੱਗੇ ਕਹਿੰਦੇ ਘੁੰਡ ਜਾ ਕਰਨ ਵਾਲੀ ਚੱਲ ਗਈ ਆ ਅਤੇ ਤੂੰ ਵੀ ਉਹਦੇ ਗੈਲ ਰਸਤੇ ਚੱਲ ਜਾ। ਹੁਣ ਤਾਂ ਫਿਰ ਮਾਫੀ ਮੰਗ ਲਈ, ਕਹਿੰਦੀ ਮੈਂ ਤਾਂ ਮਹਾਰਾਜ ਸੇਵਾ ਕਰੂੰਗੀ। ਇਸ ਕਰ ਕਹਿੰਦੇ ਫਿਰ ਹਾਂਜੀ, ਜੈਸੇ ਖੂੰਦ ਕੁਮਾਰੀ ਉਬਟ ਚਲਾਉਂਦੇ ਜਿਹੜੇ ਸੰਸਾਰ ਦੇ ਲੋਕਾਂ ਤੋਂ ਉਲਟ ਚੱਲੀਏ, ਗੁਰੂ ਦੇ ਹੁਕਮ ਵਿੱਚ ਚੱਲੀਏ, ਫੇਰ ਮਦ ਪਾਇਆ। ਕਹਿੰਦੇ ਫੇਰ ਇਹ ਮਦ ਮਿਲਦਾ, ਫਿਰ ਖੂੰਦ ਖੁਮਾਰੀ ਹੋ ਜਾਂਦੀ ਹੈ ਅਤੇ ਜਿਹੜੀ ਮਸਤੀ ਜਿਹੜੀ ਉਹ ਚੜ੍ਹ ਜਾਂਦੀ ਹੈ। ਹਾਂਜੀ, ਉਹਨੂੰ ਫਿਰ ਜਦੋਂ ਉਹ ਪਿਆਲਾ ਪੀਂਦਾ ਅੰਮ੍ਰਿਤ ਦਾ, ਫਿਰ ਮਸਤੀ ਚੜ੍ਹ ਜਾਂਦੀ ਹੈ। ਅਤੇ ਇਸ ਵਾਸਤੇ ਜਿਵੇਂ ਸੁੰਘਣੇ ਦੇ ਨਾਲ ਨਾ ਬਾਸ਼ਨਾ ਬੰਦਾ ਮਸਤ ਹੁੰਦਾ, ਖੁਸ਼ ਹੁੰਦਾ, ਸੁਗੰਧੀ ਤੋਂ ਦੁਰਗੰਧੀ ਤੋਂ ਪਰੇ ਨੂੰ ਜਾਂਦਾ। ਅਤੇ ਇਸ ਵਾਸਤੇ ਫਿਰ ਉਹ ਕਹਿੰਦੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਵਿੱਚ ਉਹ ਮਸਤ ਹੋ ਗਿਆ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇੱਕ ਹੈ ਜਾਨੀ। ਕਬੀਰ ਸਾਹਿਬ ਕਹਿੰਦੇ ਜਿੰਨਾ ਸੰਸਾਰੀ ਲੋਕ ਆ ਇਹਨਾਂ ਦੀ ਹਾਲਤ ਇਹ ਆ। ਸੰਸਾਰੀ ਲੋਕ ਜਿਹੜੇ ਨਾ ਇਹਨਾਂ ਦੀ ਹਾਲਤ ਇਹ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਤ੍ਰਿਸ਼ਨਾ ਕੇ ਲੀਨੇ, ਇਹ ਤ੍ਰਿਸ਼ਨਾ ਦੇ ਮਾਰੇ ਹੋਏ ਆ। ਗਤ ਨਹੀਂ ਇੱਕ ਹੈ ਜਾਨੀ। ਇੱਕ ਰੱਬ ਦੇ ਮਿਲਣ ਵਾਲੀ ਜਿਹੜੀ ਗਤੀ ਸੀ ਨਾ ਉਹਨੂੰ ਨਹੀਂ ਜਾਣਿਆ। ਬਸ ਐਂ ਕੰਮਾਂ ਨਸ਼ਿਆਂ 'ਚ ਵਿਕਾਰਾਂ 'ਚ ਭੈੜਿਆਂ ਕੰਮਾਂ 'ਚ ਲੱਗੇ ਹੋਏ ਆ। ਇਹ ਗਤ ਨਹੀਂ ਜਾਣੀ ਮਨੁੱਖਿਆਂ ਨੂੰ ਮਿਲਿਆ ਕਾਹਦੇ ਲਈ ਹੈ ਹੈਂ। ਇਹਨੂੰ ਕਿਵੇਂ ਬਰਬਾਦ ਕਰ ਰਹੇ ਆ। ਸਵਾਸਾਂ ਦੀ ਪੂੰਜੀ ਦਿੱਤੀ ਹੈ, ਇਹਨਾਂ ਨੂੰ ਗਲਤ ਵਰਤਾਂਗੇ ਅਤੇ ਗਾਂ ਲੇਖਾ ਜੋਖਾ ਹੋਣਾ। ਤੈਨੂੰ ਇਹ ਸਵਾਸ ਦਿੱਤੇ ਸੀ, ਕਿੱਥੇ ਵਰਤਦਾ ਰਿਹਾ ਹੈਂ। ਪੂੰਜੀ ਦਿੱਤੀ ਸੀ ਨਾਮ ਜਪਣ ਵਾਸਤੇ, ਸੇਵਾ ਸਿਮਰਨ ਵਾਸਤੇ, ਸਤਸੰਗ ਵਾਸਤੇ। ਫਿਰ ਅੱਗੇ ਜ਼ਿਲ੍ਹੇ ਜਾਣਾ ਪੜਤਾਲ ਹੋਣੀ ਹੈ। ਸਵਾਸ ਕਿੱਥੇ ਲਾਏ ਸੀ ਤੈਂ? ਇਹ ਤਾਂ ਮਾੜੇ ਪਾਸੇ ਖਰਚ ਕਰੀ ਗਿਆ ਤੂੰ, ਸਵਾਸਾਂ ਦੀ ਜਿਹੜੀ ਪੂੰਜੀ ਸੀ। ਇਸ ਵਾਸਤੇ ਕਹਿੰਦੇ ਗਤ ਨਹੀਂ ਇੱਕ ਹੈ ਜਾਨੀ। ਇੱਕ ਰੱਬ ਨੂੰ ਮਿਲਣ ਦੀ ਜਿਹੜੀ ਗਤੀ ਸੀ, ਮਰਜ਼ਾਦਾ ਸੀ, ਉਹ ਤਾਂ ਤੂੰ ਜਾਣੀ ਨਹੀਂ, ਉਹ ਵਿਧੀ ਜਾਣੀ ਨਹੀਂ ਹੈਂ। ਹੁਣ ਤਾੜਨਾ ਕਹਿੰਦੇ ਫੂਟੀ ਅੱਖਾਂ ਕਛੂ ਨਾ ਸੂਝੈ ਹੈਂ। ਕਹਿੰਦੇ ਤੇਰੀਆਂ ਅੱਖਾਂ ਫੁੱਟੀਆਂ, ਤੈਨੂੰ ਕੋਈ ਸੁੱਝਦਾ ਨਹੀਂ। ਤਾੜਨਾ ਕਰ ਕਹਿੰਦੇ ਹੈਂ। ਕਹਿੰਦੇ ਗਿਆਨ ਵਿਰਾਗ ਰੂਪੀ ਤੇਰੀਆਂ ਅੱਖਾਂ ਫੁੱਟ ਗਈਆਂ, ਤੈਨੂੰ ਦਿਖਾਈ ਨਹੀਂ ਦਿੰਦਾ ਹੈ, ਤੈਨੂੰ ਨਜ਼ਰ ਹੀ ਨਹੀਂ ਆਉਂਦਾ ਹੈ। ਡੂਬ ਮੂਏ ਬਿਨ ਪਾਣੀ। ਕਹਿੰਦੇ ਅਗਰ ਤਾਂ ਪਾਣੀ 'ਚ ਡੁੱਬ ਕੇ ਮਰ ਜਾਂਦਾ ਤਾਂ ਕੋਈ ਦੁੱਖ ਨਾ ਸ। ਪਾਣੀ ਤੋਂ ਬਿਨਾਂ ਡੁੱਬ ਰਹੇ ਆ ਜਿਹੜੇ ਮਾੜੇ ਕੰਮ ਕਰਦੇ ਆ ਨਾ,
ਇਹ ਲੋਕਾਂ ਮੋਰੇ ਮੂੰਹ ਦੇਣ ਜੋਗੇ ਨਹੀਂ ਰਹਿੰਦੇ, ਅੱਖਾਂ ਚੁੱਕਦੇ ਨਹੀਂ ਨਾ, ਫਿਰ ਧਰਤੀ ਵੱਲ ਨੂੰ ਦੇਖੀ ਜਾਣਗੇ, ਡੱਕਿਆਂ ਜਿਹੀਆਂ ਨੂੰ ਫਰੋਲੀ ਜਾਣਗੇ। ਕਹਿੰਦੇ ਡੂਬ ਮੋਏ ਬਿਨ ਪਾਣੀ, ਫੂਟੀ ਆਂਖੈਂ ਕਛੂ ਨਾ ਸੂਝੈ। ਕਬੀਰ ਸਾਹਿਬ ਕਹਿੰਦੇ ਤੇਰੀਆਂ ਗਿਆਨ ਬਰਾਗ ਦੀਆਂ, ਗਿਆਨ ਧਿਆਨ ਬਰਾਗ ਬਵੇ ਰੂਪੀ ਅੱਖਾਂ ਫੁੱਟ ਗਈਆਂ ਹੈਂ, ਅਤੇ ਤੈਨੂੰ ਕੋਈ ਸੋਝੀ ਨਹੀਂ ਆਈ ਹੈਂ। ਕਿਤਾਬੀ ਗਿਆਨ ਤਾਂ ਬਹੁਤ ਇਕੱਠਾ ਕਰ ਲਿਆ, ਮੈਂ ਇੰਨੀਆਂ ਡਿਗਰੀਆਂ ਡਿਪਲੋਮੇ ਲੈ ਲੈ, ਇੱਧਰ ਦਾ ਹਲੇ ਜ਼ੀਰੋ ਵੀ ਨਹੀਂ ਦੇਖਿਆ, ਇੱਧਰ ਦਾ ਨਹੀਂ ਜ਼ੀਰੋ, ਇੱਧਰ ਦਾ ਅਲਫ ਵੀ ਨਹੀਂ ਪੜ੍ਹਿਆ ਹਲੇ, ਉੱਧਰ ਤਾਂ ਬਹੁਤ ਚੱਕੀ ਫਿਰਦਾ, ਪਰ ਉਹਨੂੰ ਗਾਂਹ ਕੰਮ ਨਹੀਂ ਦੇਣਾ ਹੈਂ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪਾ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸੁਆ ਜਲ ਪੱਥਰ ਕੈਸੇ, ਫੇਰ ਕਿਵੇਂ ਹਾਂਜੀ, ਅਤੇ ਗਲ 'ਚ ਪੱਥਰ ਪਾਈ ਫਿਰਦਾ ਪਾਪਾਂ ਦੇ, ਉਹਨੇ ਡੋਬਣਾ ਹੀ ਆ। ਫਿਰ ਗਲ ਪਾਥਰ ਕੈਸੇ ਤੇਰੇ ਦਾ, ਗਲ 'ਚ ਪੱਥਰ ਬੰਨੇ ਪਾਪਾਂ ਦੇ, ਹੰਕਾਰ ਦੇ ਬੰਨੀ ਫਿਰਦਾ। ਫੂਟੀ ਆਂਖਾਂ ਕਛੂ ਨਾ ਸੂਝੈ, ਡੂਬ ਮੋਏ ਬਿਨ ਪਾਣੀ ਹੈਂ। ਕਹਿੰਦੇ ਤੇਰੀਆਂ ਗਿਆਨ ਵਿਰਾਗ ਦੀਆਂ ਅੱਖਾਂ ਫੁੱਟ ਗਈਆਂ, ਤੈਨੂੰ ਨਜ਼ਰ ਹੀ ਨਹੀਂ ਆਉਂਦਾ, ਪਾਣੀ ਤੋਂ ਬਿਨਾਂ ਡੁੱਬ ਰਿਹਾ। ਇਹ ਭਾਵ ਕੀ ਹੈ, ਵਿਸ਼ੇ ਵਿਕਾਰ ਜਿਹੜੇ ਪਦਾਰਥਾਂ ਰੂਪੀ ਪਾਣੀ, ਜਿਹੜਾ ਮਿਥਿਆ ਝੂਠਾ ਹੈਂ, ਉਹਦੇ ਜੀਵ ਦਿਨ ਰਾਤ ਲਪਟੇ ਹੋਏ ਆ, ਚਿੰਬੜੇ ਹੋਏ ਆ, ਉੱਧਰ ਭੱਜ ਜਾਂਦੇ ਆ ਕਿ ਨਹੀਂ। ਉੱਧਰ ਤਾਂ 12-12 ਘੰਟੇ ਕਿਸ਼ਤਾਂ ਲਾ ਕੇ ਵੀ ਕਿੰਨਾ ਖੜੀ ਲੱਤੇ, ਇੱਧਰ ਜੇ 5 ਮਿੰਟ ਭਜਨ ਬਾਣੀ ਕਰ ਲਓ ਫੇਰ ਨਹੀਂ ਉਹ ਤਿਆਰ, ਫੇਰ ਨਹੀਂ ਮਨ ਲੱਗਦਾ। ਕਈ ਦੇ ਗੁਰਦੁਆਰੇ ਮੱਥਾ ਟੇਕਣ ਆਉਂਦੇ, ਇੱਕ ਹੱਥ ਪ੍ਰਸ਼ਾਦ ਦਾ ਡੂਨਾ ਫੜੋ, ਇੱਕ ਮੋਬਾਈਲ ਨੂੰ ਕੰਨ ਨੂੰ ਲਾਇਆ ਹੋਊਗਾ, ਜਾਣੀ ਇੰਨਾ ਮੋਬਾਈਲ ਦਾ ਇਹ ਨਹੀਂ ਵੀ ਗੁਰਦੁਆਰੇ ਆਏ ਬਹਿ ਕਥਾ ਕੀਰਤਨ ਸੁਣ ਲਈਏ, ਉੱਥੇ ਵੀ ਮੋਬਾਈਲ ਕੰਨਾਂ ਨੂੰ ਲਾਈ ਫਿਰਦੇ ਆ। ਹੁਣ ਅੱਗੇ ਕਹਿੰਦੇ ਆ ਚਾਲਤ ਕੱਤ ਟੇਢੇ ਟੇਢੇ ਟੇਢੇ, 3 ਵਾਰੀ ਕਿਹਾ। ਕਹਿੰਦੇ ਇਹ ਦੁਨੀਆ ਦੇ ਲੋਕੋ, ਮਨਵਾਣੀ ਸਰੀਰ ਕਰਕੇ ਟੇਢੇ ਹੋ ਕਿਉਂ ਚੱਲ ਰਹੇ ਆ ਹਾਂਜੀ, ਕਿਉਂ ਟੇਢੇ ਟੇਢੇ ਚੱਲਦੇ, ਮਨ ਕਰਕੇ ਵੀ ਟੇਢੇ, ਤਨ ਕਰਕੇ ਵੀ ਟੇਢੇ, ਬਾਣੀ ਕਰਕੇ ਵੀ ਟੇਢੇ, ਪੁੱਠੀਆਂ ਗੱਲਾਂ ਬੋਲਦੇ ਆ, ਪੁੱਠੀਆਂ ਗੱਲਾਂ ਕਰਦੇ ਆ। ਆਸਤ ਚਰਮ ਬੇਸ਼ਟਾ ਕੇ ਮੁੰਦੇ, ਦੁਰਗੰਧ ਹੀ ਕੇ ਬੇਢੇ ਰਹੋ। ਹੁਣ ਕਹਿੰਦੇ ਜਿਹੜੇ ਸਰੀਰ ਦਾ ਹੰਕਾਰ ਕਰਦੇ ਫਿਰਦੇ ਆ ਨਾ ਹੈਂ, ਚੰਗੇ ਲੀੜੇ ਪਾ ਲੈ, ਅਤਰ ਫੇਰ ਲਾ ਲੈ, ਹੋਰ ਡਰਾਮੇਬਾਜ਼ੀ ਕਿੰਨੇ ਹਾਰ ਸ਼ਿੰਗਾਰ ਕਰਦੇ ਆ, ਕਹਿੰਦੇ ਸਰੀਰ ਹੈ ਕੀ ਹੈ, ਕਹਿੰਦੇ ਆਸਤ ਹੱਡ ਆ। ਔਰ ਬੇਸ਼ਟਾ ਕੇ ਮੁੰਦੇ, ਕਹਿੰਦੇ ਬੇਸ਼ਟਾ ਗੰਦਗੀ ਦੁਰਗੰਧਤਾ ਨਾਲ ਮੁੰਦੇ ਮੈਨੇ ਭਰੇ ਹੋਏ ਆ, ਸਾਰਾ ਸਰੀਰ ਗੰਦ ਨਾਲ ਭਰਿਆ ਆ। ਦੁਰਗੰਧ ਕੇ ਬੇਢੇ, ਦੁਰਗੰਧ ਦੇ ਕਹਿੰਦਾ ਭਰਿਓ ਆ। ਚੰਮ ਕੱਪ ਰੂਪੋਂ ਬੇਢੇ ਮੈਨੇ ਬਲੇ ਹੋਏ ਆ, ਚੰਬਲੇ ਨਾਲ ਗੰਦ ਵਿੱਚ ਲਪੇਟਿਆ ਸਰੀਰ ਦੇ ਵਿੱਚ ਹੈਂ, 1.5 ਸੂਤ ਚਮੜੀ ਲਾਈ ਹੈ, ਅਤੇ ਦੇਖ ਲਾ ਹੰਕਾਰ ਨਾਲ ਕਿੰਨਾ ਭਰਿਆ ਪਿਆ ਹੈ, ਆਪਣੇ ਨੂੰ ਸਮਝਦਾ ਪਤਾ ਨਹੀਂ ਕੀ ਹੈ, ਮੈਂ ਕੀ ਬਣਿਆ ਹੋਇਆ। ਅੱਗੇ ਕਹਿੰਦੇ ਰਾਮ ਨਾ ਜਪੋ ਕਬਨ ਭਰਮ ਭੂਲੇ, ਕਹਿੰਦੇ ਇਹ ਗੁਰਮੁਖੋ ਪਰਮੇਸ਼ਰ ਦੇ ਨਾਮ ਨੂੰ ਕਿਉਂ ਨਹੀਂ ਜਪਦੇ, ਕਿਹੜੇ ਭਰਮ 'ਚ ਲੱਗ ਕੇ ਭੁੱਲੇ ਫਿਰਦੇ ਆ। ਤੁਮ ਤੇ ਕਾਲ ਨਾ ਦੂਰੇ, ਜਿਹੜਾ ਮੌਤ ਦਾ ਫਰਿਸ਼ਤਾ ਦੇਵਤਾ ਨਾ, ਉਹ ਤੁਹਾਤੋਂ ਦੂਰ ਨਹੀਂ, ਨੇੜੇ ਹੀ ਹੈ। ਉਹ ਦੇਖ ਰਿਹਾ ਪਤਾ ਨਹੀਂ ਕਦੋਂ ਸੰਗੀ ਨੱਪ ਲੈਣੀ ਆ ਕਿ ਨਹੀਂ ਹੈਂ, ਪਤਾ ਨਹੀਂ ਘੰਡੀ ਮਰੋੜ ਦੇਣੀ ਕਦੋਂ ਹੈਂ। ਆਹ ਦੇ ਲਓ ਅੱਜ ਲੀਡਰ 3-4 ਮਰ ਗਏ ਆ ਹਾਂਜੀ। ਇਸ ਵਾਸਤੇ ਕਹਿੰਦੇ ਆ ਕਿ ਰਾਮ ਨਾ ਜਪੋ ਕਬਨ ਭਰਮ ਭੁੱਲੇ, ਕਿਹੜੇ ਭਰਮ ਹੀ ਭੁੱਲੇ ਆ, ਕੱਲ੍ਹ ਕਰ ਲਾਂਗੇ ਅੱਜ ਕਰ ਲਾਂਗੇ, ਲਾਇਸੈਂਸ ਥੋੜ੍ਹੀ ਤੁਹਾਡੇ ਕੋਲ ਸਾਨੂੰ ਕੱਲ੍ਹ ਆਊਗਾ ਪਰਸੋਂ ਆਊਗਾ, ਇਹਦਾ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਤੁਮ ਤੇ ਕਾਲ ਨਾ ਦੂਰੇ, ਕਹਿੰਦੇ ਤੁਹਾਤੋਂ ਕਾਲ ਦੂਰ ਨਹੀਂ, ਤੁਸੀਂ ਤਾਂ ਸਮਝਦੇ ਮੌਤ ਮੇਰੇ ਤੋਂ ਦੂਰ ਆ ਨਾ, ਮੇਰੇ ਨੇੜੇ ਮੌਤ ਨਹੀਂ ਹੋਣੀ। ਇਹਦਾ ਜਿੱਦਣ ਜੰਮਿਆ ਸੀ ਉਦਣ ਹੀ ਆ ਗਿਆ। ਉਦੋਂ ਗ੍ਰੰਥੀ ਨੂੰ ਅਰਦਾਸਾਂ ਕਰਾਉਂਦੇ ਨਾ, ਭਾਈ ਜੀ ਅਰਦਾਸ ਕਰੋ ਲੰਮੀ ਉਮਰ ਹੋ ਜਾਏ, ਹੁਣ ਤਾਂ ਜੰਮੇ ਹੁਣ ਹੀ ਡਰ ਕਿਉਂ ਪੈ ਗਿਆ, ਮਤਲਬ ਮੌਤ ਆ ਗਈ ਨਾ। ਅਤੇ ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ, ਉਹ ਜਿੱਦਣ ਦਾ ਜੰਮਿਆ ਉਹਦੀ ਉਸ ਦਿਨ ਦੀ ਉਮਰ ਘਟਣੀ ਸ਼ੁਰੂ ਹੋ ਗਈ, ਉਮਰ ਘਟਣੀ ਸ਼ੁਰੂ ਹੋ ਗਈ ਉਦਣ ਦੀ। ਇਹ ਕਹਿੰਦੀ ਵੱਡਾ ਹੋ ਰਿਹਾ ਹਾਂਜੀ। ਤੁਮ ਤੇ ਕਾਲ ਦੂਰ, ਕਹਿੰਦੇ ਤੇ ਤੂੰ ਕਾਲ ਦੇਵਤਾ ਦੂਰ ਨਹੀਂ ਹੈਗਾ। ਅਨਕ ਯਤਨ ਕਰ ਇਹੋ ਤਨ ਰੱਖੋ ਰਹੇ ਅਵਸਥਾ ਪੂਰੇ, ਕਹਿੰਦੇ ਸਰੀਰ ਨੂੰ ਅਨੇਕਾਂ ਯਤਨਾਂ ਕਰ ਰੱਖਦੇ ਆ, ਸੋਨੇ ਦੇ ਕੁਸ਼ਤੇ ਖਾਂਦੇ ਆ, ਕਸਤੂਰੀਆਂ ਖਾਂਦੇ ਆ ਹੈਂ, ਕਿੰਨਾ ਲੱਲੜ ਪੱਲੜ ਖਾਂਦੇ ਆ, ਮੀਟ ਆਂਡੇ ਸ਼ਰਾਬਾਂ ਵਰਦੇ ਆ, ਕੀ ਕੁਝ ਕਰਦੇ ਆ। ਅਨਕ ਯਤਨ ਕਰੇ ਤਾਂ ਅਨੇਕਾਂ ਯਤਨ ਕਰਦੇ ਵੀ ਸਰੀਰ ਨੂੰ ਰੱਖੀਏ। ਹੁਣ ਕਾਰੇ ਦੀ ਕਹਿੰਦੇ ਜਿੰਨੇ ਮਰਜ਼ੀ ਲੈ ਚਾੜੀ ਜਾਣੇ, ਇੱਕ ਧੰਦੇ ਡੇਗੇ ਪੈਣੀ ਆ।
ਕਹਿੰਦੇ ਸਰੀਰ ਨੂੰ ਏਕਾਂ ਯਤਨਾਂ ਕਰ ਰੱਖਦੇ ਹਾਂ, ਜੇ ਮਰਜ਼ੀ ਯਤਨ ਕਰ ਲਓ, ਹਾਂਜੀ, ਕਿਤੇ ਰੱਖਣ ਦੇ ਯਤਨ ਕਰ ਲਓ, ਪਰੰਤੂ ਮਹਾਰਾਜ ਕਹਿੰਦੇ ਰਹੇ ਅਵਸਥਾ ਪੂਰੇ, ਪਰੰਤੂ ਅਵਸਥਾ ਦੇ ਪੂਰੇ ਹੋ ਕੇ ਹੀ ਰਹਿਣਾ। ਇਹ ਇੱਕ ਦਿਨ ਉਮਰ ਮੁੱਕ ਹੀ ਜਾਣੀ ਹੈ, ਇੱਕ ਦਿਨ ਮੁੱਕ ਜਾਣੀ ਹੈ। ਮਾਰਕੰਡੇ ਰਿਸ਼ੀ ਦੇਖ ਲਓ, 10,000 ਸਾਲ ਉਮਰ ਸੀ, ਇਹ ਪੂਲੇ ਰੱਖ ਲੈਣੇ। ਕਹਿੰਦੇ ਰਿਸ਼ੀ ਜੀ ਕਹਿੰਦੇ ਇਹ ਵੀ ਮੁੱਕ ਹੀ ਜਾਣੀ, ਕੀ ਅਡੰਬਰ ਕਰਨਾ। ਰਹੇ ਅਵਸਥਾ ਪੂਰੇ, ਕਹਿੰਦੇ ਜਦੋਂ ਯਤਨ ਕਰ ਲਓ, ਪਰੰਤੂ ਅਵਸਥਾ ਦੇ ਪੂਰੇ ਹੋਣ ਹੋ ਕੇ ਹੀ ਰਹਿਣਾ। ਇੱਕ ਦਿਨ ਇੱਕ ਕਾਲ ਦਾ ਦਿਨ ਆਏ ਜਾਣਾ ਹੈ। ਇਹ ਸਰੀਰ ਨਹੀਂ ਰਹੇਗਾ, ਜੇ ਅਵਸਥਾ ਪੂਰੀ ਹੋ ਜਾਏਗੀ ਜਾਤੇ ਹੀ ਹੈਗੀ ਆ, ਪਰਾ ਰਹੂਗਾ, ਅੱਗੇ ਨਹੀਂ ਰਹੂਗਾ। ਆਪਾਂ ਨੇ ਕੀਆ ਕੁਛ ਨੂੰ ਹੋਵੇ, ਕਿਆ ਕੋ ਕਰੇ ਪੁਰਾਣੀ। ਕਹਿੰਦੇ ਆਪਣਾ ਕੀਤਾ ਨਹੀਂ ਕੁਝ ਵੀ ਹੁੰਦਾ, ਪੁਰਾਣੀ ਕੋਈ ਕੀ ਕਰ ਸਕੇਗਾ, ਕੀ ਕਰ ਲੂਗਾ ਇਹ। ਜਾਂ ਤੇ ਸੁਭਾਵੈ ਸਤਿਗੁਰ ਭੇਟੈ ਏਕੋ ਨਾਮ ਬਖਾਨੀ। ਕਹਿੰਦੇ ਜਿਨ੍ਹਾਂ ਨੂੰ ਤਾਂ ਮਹਾਰਾਜ ਮਿਲਦਾ ਉਹ ਤਾਂ ਕਰਮ ਕੋਈ ਜਾਗ ਪਵੇ ਫਿਰ ਪਰਮੇਸ਼ਰ ਨਾਮ ਆਚਾਰ ਕਰਦੇ ਆ, ਨਹੀਂ ਤਾਂ ਬਸ ਇਸ ਤਰ੍ਹਾਂ ਹੀ ਉਮਰ ਜਿਹੜੀ ਬੀਤਦੀ ਤੁਰੀ ਜਾਂਦੀ, ਦੌੜੀ ਜਾਂਦੀ ਹੈ। ਬਲੂਆ ਕੇ ਘਰੂ ਐਵੇਂ ਵਾਸਤੇ ਫੁੱਲਵਤ ਦੇ ਐ ਆਨੇ। ਕਹਿੰਦੇ ਜਿਵੇਂ ਕੋਈ ਨਾ ਮੋਟੇ ਰੇਤੇ ਦਾ ਘਰ ਜਿਹਾ ਬਣਾ ਲਵੇ, ਉਹ 'ਚ ਬਸਣਾ ਚਾਹੇ, ਜਿੰਨਾ ਚਿਰ ਗਿੱਲਾ ਉਹਨਾਂ ਚਿਰ ਤਾਂ ਟਿਕਿਆ ਰਹੂਗਾ ਹੈਂ। ਤੇ ਜਿਹੜੇ ਹਵਾ ਲੱਗੀ ਉਹ ਘਿਰ ਜਾਣਾ। ਹੁਣ ਅਸੀਂ ਰਹੇ ਹਾਂ, ਆਪਣੇ ਨਾਲ ਨਦੀ ਹੁੰਦੀ ਸੀ, ਉਹ ਨਿਆਣਿਆਂ ਜਾ ਕੇ ਘਰ ਜਿਹਾ ਗਿੱਲਾ ਰੇਤਾ ਕੱਢ ਕੇ ਬਣਾਈ ਜਾਣੇ ਚੋਚ, ਜਿਹੜੇ ਮਾੜਾ ਜਿਹਾ ਹਵਾ ਹੀ ਉੱਡ ਜਾਂਦੇ। ਕਹਿੰਦੇ ਤਾਂ 5 ਤੱਤਾਂ ਦੇ ਰੇਤੇ ਦਾ ਘਰ ਆ, ਜਿਹ 'ਚ ਰਹਿ ਰਹੇ ਹਾਂ। ਫੁੱਲਬਤ ਦੇਹ ਇਹ ਆਨੇ, ਹਾਂਜੀ। ਕਹਿੰਦੇ ਜਿਵੇਂ ਫੁੱਲ ਥੇੜੇ ਦਿਨ ਫੁੱਲ ਦਾ ਨਾ ਫਿਰ ਮੁਰਝਾ ਜਾਂਦਾ, ਨਸ਼ਟ ਹੋ ਜਾਂਦਾ, ਇਸ ਤਰ੍ਹਾਂ ਕਹਿੰਦੇ ਇਹ ਆਣੇ ਜੀਵ, ਇਸੇ ਤਰ੍ਹਾਂ ਤੇਰੀ ਦੇਹ ਵੀ ਨਾਸ ਹੋ ਜਾਣੇ ਆ। ਐਵੇਂ ਫੁੱਲਿਆ ਫਿਰਦਾ ਹੈਂ। ਇਸ ਕਰਕੇ ਤਾਂ ਜਿਵੇਂ ਫੁੱਲ ਹੁੰਦਾ, ਫੁੱਲ ਦੀ ਕਿੰਨੀ ਉਮਰ ਆ, ਮੁਰਝਾ ਜਾਂਦਾ ਹੈਂ। ਤੂੰ ਵੀ ਫੁੱਲ ਵਾਂਗ ਫੁੱਲਿਆ ਫਿਰਦਾ ਅਤੇ ਪਤਾ ਨਹੀਂ ਹੈਗਾ। ਕਈ ਤਾਂ ਅੱਜ ਕੱਲ੍ਹ ਹੁਣ ਡਬਲ ਰੋਟੀ ਖਾਂਦੇ, ਖਾ ਖਾ ਡਬਲ ਹੋਈ ਜਾਂਦੇ ਆ। ਡਬਲ ਰੋਟੀਆਂ ਖਾਂਦੇ ਨਾ, ਡਬਲ ਬਣੀ ਜਾਂਦੇ ਫਿਰ ਡਬਲ ਰੋਟੀ ਆ ਅਤੇ ਮੈਂ ਵੀ ਡਬਲ ਹੋਣਾ ਹੈਂ। ਆਹ ਹੁਣ ਉਹ ਲੋਹੀ ਹੈਗੇ ਆ ਅਤੇ ਉਹ ਨੌਂ ਅਤੇ ਮੁੰਡਾ ਇੱਕੋ ਜਿਹਾ ਹੀ ਆ। ਉਹ ਕਹਿੰਦੀ ਵੀ ਮੈਂ ਭਾਰ ਜ਼ਿਆਦਾ ਵਧਾਉਣਾ, ਉਹ ਕਹਿੰਦਾ ਮੈਂ ਵਧਾਉਣਾ ਹੈਂ। ਇੱਕ ਦੂਜੇ ਨੇ ਲੱਗੇ ਹੋਏ ਜਦੋਂ ਜਿਹਦੀ ਹੈਂ। ਬਲੂਆ ਕੇ ਘਰੂ ਐਵੇਂ ਬਸਤੇ ਫੁੱਲਵਤ ਦੇ ਆਨੇ। ਕਹਿੰਦੇ ਰੇਤ ਦੇ ਘਰ 'ਚ ਬਸਦੇ ਆ। ਹੇ ਆਣਿਓ ਕਿਉਂ ਫੁੱਲ ਵਾਂਗ ਫੁੱਲੇ ਫਿਰਦੇ ਆ, ਇਹ ਤਾਂ ਇੱਕ ਦਿਨ ਨਾਸ ਹੋ ਜਾਣੀ ਆ। ਕਹੋ ਕਬੀਰ ਜੇ ਰਾਮ ਨਾ ਚੇਤਿਓ, ਬੂਢੇ ਬਹੁਤ ਸਿਆਣੇ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਚੇਤੇ ਨਹੀਂ ਕੀਤਾ, ਬੜੇ ਬੜੇ ਜੇ ਅਕਲਦਾਨ ਸੀ ਨਾ, ਬੜੇ ਸਿਆਣੇ ਕਹਾਉਂਦੇ ਸੀ, ਕਹਿੰਦੇ ਉਹ ਵੀ ਇੱਥੇ ਡੁੱਬ ਗਏ। ਅਫਲਾਤੂ ਸੀ ਨਾ ਬੜਾ ਸਿਆਣਾ, ਹੁਣ ਆਪਣੇ ਵਰਗੇ ਅਫਲਾਤੂ ਬਣਾ ਲਿਆ, ਵਿੱਚ ਲਿਟ ਗਿਆ। ਜਿਹੜੇ ਜਮ ਦੇ ਦੂਤ ਆਏ ਉਹ ਕਹਿੰਦੇ ਮਹਾਰਾਜ ਉੱਥੇ ਤਾਂ ਫਲਾਤੂ ਕਹੀ ਆ। ਕਹਿੰਦੇ ਉੱਥੇ ਜਾ ਕੇ ਉਹ ਵੀ ਚਿੱਤਰਕਾਰ ਬੜਾ ਸਿਆਣਾ ਸੀ, ਆਹ ਨੱਕ 'ਚ ਥੋੜ੍ਹਾ ਜਿਹਾ ਨੁਕਸ਼ਾ ਹੁੰਦਾ ਅਤੇ ਇਹ ਦੱਸਦੇ। ਹੁਣ ਬੰਦਾ ਨੱਕ 'ਤੇ ਮੱਖੀ ਬਹਿਣ ਦਿੰਦਾ, ਕਹਿੰਦਾ ਨੋਚਾਂ ਕੱਢਣ ਜਾਣਦੇ ਆ, ਦੱਸੋ ਕਿੱਥੇ ਨੁਕਸ਼ਾ। ਕਹਿੰਦੇ ਆ ਜਾ, ਹਾਹੀ ਤੇ ਨੁਕਸੀ ਜਿਹੜਾ ਲੁਕਿਆ ਆਇਆ ਸੀ, ਆ ਜਾ, ਤੈਨੂੰ ਹੀ ਲਾਈਦੇ ਫਿਰਦੇ ਸੀ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਉੱਥੇ ਨਹੀਂ ਚੱਲਦੀਆਂ ਹੈਂ, ਉੱਥੇ ਵਕਾਲਤਾਂ ਨਹੀਂ ਚੱਲਦੀਆਂ। ਟੇਢੀ ਪੱਗ ਟੇਢੇ ਚੱਲੇ, ਪੱਗ ਵੀ ਟੇਢੀ ਜਿਹੀ ਬਣ ਲਈ, ਹੁਣ ਤਾਂ ਪੱਗ ਵੈਸੇ ਹੀ ਗਈ ਆਈ ਹੈਂ। ਟੇਢੀ ਪੱਗ ਟੇਢੇ ਚੱਲੇ, ਜਿਵੇਂ ਅੱਜ ਕੱਲ੍ਹ ਦੇ ਲੀਡਰ ਚੱਲ ਰਹੇ ਨਾ, ਹੁਣ ਟੇਢੇ ਚੱਲ ਰਹੇ ਆ। ਲਾਗੇ ਬੀੜੇ ਖਾਣ ਲੱਗ ਪਿਆ, ਫਿਰ ਆਕੜ ਫਿਰਦੇ ਆ ਨਾ, ਅਤੇ ਫਿਰ ਟੇਢੀ ਆਕੜ ਮਰੋੜ ਕੇ ਨਾਲ ਚੱਲਣ ਲੱਗ ਪਏ ਆ। ਔਰ ਕਹਿੰਦੇ ਫਿਰ ਬੀੜੇ ਪਾਨਾਂ ਦੇ ਖਾਂਦੇ ਆ, ਹਾਂਜੀ। ਭਾਓ ਭਗਤ ਸਿਉ ਕਾਜ ਨਾ ਕਛੂ ਹੈ, ਮੇਰੋ ਕਾਮ ਦੀਵਾਨ। ਇੰਨੇ ਹੰਕਾਰ ਨਾ ਭਰਿਓ, ਕਹਿੰਦੇ ਪ੍ਰੇਮਾ ਭਗਤੀ ਨਾਮ ਬਾਣੀ ਨਾ ਸਾਡਾ ਤਾਂ ਕਹਿੰਦੇ ਕੋਈ ਮਤਲਬ ਹੀ ਹੈ ਨਹੀਂ, ਹਾਂਜੀ। ਅਤੇ ਆਪਣੇ ਆਪ ਨੂੰ ਕਹਾਉਂਦੇ ਅਸੀਂ ਸੂਰਮੇ ਹਾਂ, ਖਾਨ ਹਾਂ, ਸਰਦਾਰ ਲੱਗਦੇ ਹਾਂ। ਸਾਡਾ ਕਹਿੰਦੇ ਕੀ ਕੰਮ ਆ, ਭਗਤੀ ਕਰਨਾ, ਹਾਂਜੀ। ਸਾਨੂੰ ਰੱਬ ਨੇ ਸਭ ਕੁਝ ਦਿੱਤਾ, ਅਸੀਂ ਗੁਰਦੁਆਰੇ ਕੀ ਲੈਣ ਜਾਣਾ, ਹਾਂਜੀ। ਅਤੇ ਇਸ ਵਾਸਤੇ ਕਹਿੰਦੇ ਪ੍ਰੇਮਾ ਭਗਤੀ ਜਿਹੜੀ ਰੱਬ ਦੀ ਹੈ, ਕਹਿੰਦੇ ਉਹ 'ਚ ਕੀ ਕੰਮ ਰੱਖਿਆ। ਇਹ ਤਾਂ ਐਵੇਂ ਵਿਹਲ ਮਖੱਟੂ ਲੋਕਾਂ ਦਾ ਬਣਾਇਆ, ਐਵੇਂ
ਸਾਰਾ ਦਿਨ ਬੱਕਰੀ ਵਾਂਗ ਮੂੰਹ ਮਾਰੀ ਜਾਓ, ਰਾਮ ਰਾਮ ਕਰੀ ਜਾਓ, ਇਸ ਤਰ੍ਹਾਂ ਨਹੀਂ ਟੁਚਰਾਂ ਕਰਦੇ ਆ। ਭਾਉ ਭਗ ਸਿਉ ਕਾਜ ਨੂੰ ਕਹਿੰਦੇ ਭਾਉ ਭਗਤ ਨੇ ਸਾਡਾ ਹੁਕਮ, ਮੇਰੋ ਕੰਮ, ਸਾਡਾ ਕੰਮ ਤਾਂ ਦੀਵਾਨ ਹੈ। ਭਾਈ ਰਾਮ ਕੰਵਰ ਜੀ ਗਏ ਨਾ ਲਾਹੌਰ ਦੇ ਨੇੜੇ ਭਸੀਨ ਪਿੰਡ ਆ, ਕਹਿੰਦੇ ਅਸੀਂ ਰਾਤ ਰਹਿਣਾ। ਜਿਹੜਾ ਕਹਿੰਦੇ ਸਾਡੇ ਤਾਂ ਕਚਹਿਰੀ ਖਾਨੇ ਗਿਆ, ਸਾਡੇ ਕਚਹਿਰੀ ਖਾਨੇ ਗਿਆ, ਉਹ ਕਹਿੰਦੇ ਚੰਗਾ ਕਚਹਿਰੀ ਜੇ ਘੁੰਮਦੇ ਰਿਹਾ ਕਰੂੰਗੇ। ਬਸ ਉਹ ਪਿੰਡ 'ਚ ਵੱਢ ਟੁੱਕ ਹੁੰਦੀ ਰਹਿੰਦੀ ਹੈ, ਕੋਈ ਛਡਾਉਣ ਚੱਲ ਗਿਆ, ਕੋਈ ਫਸਾਉਣ ਚੱਲ ਗਿਆ। ਹਾਲੇ ਵੀ ਉਵੇਂ ਹੋਈ ਜਾਂਦੀ ਹੈ। ਜਿਹੜਾ ਬਚਨ ਕੱਢ ਗਿਆ ਬਾਬੇ ਬੁੱਢੇ ਦੀ ਅੰਸ ਵੰਸ, ਬਾਬਾ ਰਾਮ ਕੌਰ, ਬਾਬਾ ਗੁਰਬਖਸ਼ ਸਿੰਘ ਜੀ, ਕਹਿੰਦੇ ਮੇਰੋ ਕੰਮ ਦਾ, ਸਾਡਾ ਕੰਮ ਤਾਂ ਦੀਵਾਨ ਖਾਨਿਆਂ 'ਚ ਘੁੰਮਣ ਦਾ, ਕਚਹਿਰੀਆਂ 'ਚ, ਰਾਜ ਦਰਬਾਰ 'ਚ ਘੁੰਮਣਾ, ਸਾਡਾ ਨਹੀਂ ਗੁਰਦੁਆਰਿਆਂ ਦਾ ਕੰਮ। ਆਰਾਮ ਬਸਾਰਿਓ ਹੈ ਅਭਿਮਾਨ। ਕਬੀਰ ਸਾਹਿਬ ਕਹਿੰਦੇ ਇਹ ਮੂਰਖਾ, ਤੂੰ ਪਰਮੇਸ਼ਰ ਨੂੰ ਭੁਲਾਤਾ ਹੰਕਾਰ ਧਾਰ ਕੇ। ਕਨ ਕਾਮਨੀ ਮਹਾਂ ਸੁੰਦਰੀ, ਪੇਖ ਪੇਖ ਸੱਚ ਮਾਨ ਰਹੋ। ਫਿਰ ਬਸ ਕਹਿੰਦੇ ਕੀ ਹੋਇਆ, ਕਨਕ ਸੋਨੇ 'ਚ ਲੱਗਾ ਆ, ਹਾਂਜੀ। ਫਿਰ ਧਨ ਦੇ ਵਿੱਚ ਲੱਗਾ ਆ, ਕਾਮਨੀ ਸੁੰਦਰ ਇਸਤਰੀਆਂ ਨੂੰ ਵਾਰ ਵਾਰ ਦੇਖਣ ਲੱਗਾ ਆ, ਹੈਂ। ਅਤੇ ਕਹਿੰਦੇ ਫਿਰ ਜਿਹੜਾ ਇਹਨਾਂ 'ਚ ਤੂੰ ਸੱਚਾ ਆਨੰਦ ਮੰਨੀ ਬੈਠਾ, ਇਹ ਆਨੰਦ ਤਾਂ ਝੂਠੇ ਆ। ਜਿਹਨਾਂ 'ਚ ਤੂੰ ਆਨੰਦ ਮੰਨੀ ਬੈਠਾ, ਇਹ ਤਾਂ 4 ਦਿਨ ਦਾ ਠਾਠਾ ਵਾਗਾ। ਇਹਨੂੰ ਦੇਖ ਦੇਖ ਕੇ ਸੱਚ ਮੰਨੀ ਬੈਠਾ, ਇਹ ਤਾਂ ਸਦਾ ਰਹਿਣ ਵਾਲੀਆਂ ਚੀਜ਼ਾਂ ਨਹੀਂ। ਰਾਓ ਵਿਸਰਾਮ ਦੇ ਕਹਿੰਦੇ ਆ, ਲਾਲਚ ਝੂਠ ਬਕਾਰ ਮਹਾਮਦ, ਇਹ ਬਿਦ ਔਦ ਬਿਹਾਨ। ਝੂਠੇ ਲਾਲਚਾਂ ਲੱਗਾ, ਬਕਾਰਾਂ 'ਚ ਲੱਗਾ, ਬਹੁਤ ਹੰਕਾਰ ਧਰਿਆ, ਉੱਚ ਉਨਮਦ, ਹਾਂਜੀ, ਬੜਾ ਪਾਗਲਾ ਮੂੰਹ ਬਣਿਆ ਪਿਆ। ਅਤੇ ਇਸ ਤਰ੍ਹਾਂ ਤੇਰੀ ਸਾਰੀ ਔਦ ਬਿਹਾਨ ਉਮਰ ਬੀਤਦੀ ਜਾ ਰਹੀ ਹੈ, ਦੌੜੀ ਜਾਂਦੀ ਹੈ। 24,000 ਸਵਾਸ ਰੋਜ਼ ਨਿਕਲੀ ਜਾਂਦਾ। ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਾਲ। ਕਬੀਰ ਸਿੰਘ ਜਿਹੜੇ ਅੰਤ ਸਮਾਂ ਆ ਗਿਆ ਨਾ, ਨਦਾਨ ਮੇ ਨੇ ਅੰਤ ਦੇ ਵੇਲੇ ਕਾਲ ਨੇ ਆ ਕੇ ਲੱਗ ਜਾਣਾ ਅਤੇ ਗਿੱਚੀ ਤੋਂ ਫੜ ਲੈਣਾ, ਆ ਜਾ। ਉੱਥੇ ਨੂੰ ਇਹ ਕਹਿਣਾ ਹੋ ਰਿਹਾ, ਉਹ ਕਹਿੰਦੇ ਤੈਨੂੰ ਹੀ ਲੈਣਾ ਹੈ, ਹੈਂ। ਇਹ ਨਹੀਂ ਵੀ ਮੇਰੇ ਉੱਥੇ ਬੋਡੀਗਾਰਡ ਸਹਾਇਤਾ ਕਰਨਗੇ ਜਾਂ ਕੋਈ ਹੋਰ ਸਹਾਇਤਾ ਕਰੂਗਾ, ਹੈਂ। ਉੱਥੇ ਬੜੇ ਬੋਡੀਗਾਰਡਾਂ ਨੂੰ ਉਹ ਦੇਖਦੇ, ਉਹ ਤਾਂ ਭਾਵੇਂ ਕਿੰਨੇ ਏਅਰ ਟਾਈਟ ਕਮਰੇ ਬਣਾ ਲਾ, ਅੰਦਰੋਂ ਜਾ ਕੇ ਖਿੱਚ ਲਿਆਉਂਦੇ ਆ, ਹਾਂਜੀ। ਫਿਰ ਕਹਿੰਦੇ ਹੁਣ ਆ ਗਿਆ ਕਾਲ ਦਾ ਵੇਲਾ, ਇਸ ਵਾਸਤੇ ਫਿਰ ਇਸ ਤਰ੍ਹਾਂ ਹੁੰਦਾ, ਇਹ ਹਾਲ ਹੁੰਦਾ। ਫਿਰ 4 ਦਿਨ ਆਪਣੀ ਨੌਬਤ ਚਲੇ ਵਜਾਏ। ਕਹਿੰਦੇ ਸੰਸਾਰ 'ਚ ਆਏ ਆ ਜੀਵ, 4 ਦਿਨ ਆਪਣੀ ਨੌਬਤ ਨਗਾਰਾ ਵਜਾ ਕੇ ਤੁਰ ਜਾਂਦੇ ਆ, ਹੈਂ। ਤੁਰ ਜਾਂਦੇ, ਉਹ ਵੀ 4 ਦਿਨ ਠਾਠਾ ਬਾਗਾ ਹੁੰਦਾ। ਇਤਨੀ ਕੁ ਖਟੀਆ ਗਠੀਆ ਮਟੀਆ, ਸੰਗ ਨਾ ਕਛ ਲੈ ਜਾਏ ਰਹੋ। ਕਹਿੰਦੇ ਇੰਨਾ ਕੁ ਧਨ ਖਟੀਆ ਖੱਟ ਲਿਆ ਸੀ, ਐਤਕੀ ਤਾਂ ਬਹੁਤ ਖੱਟੀ ਹੋ ਗਈ, ਬੜਾ ਲਾਭ ਹੋ ਗਿਆ, ਇੰਨਾ ਇਕੱਠਾ ਕਰ ਲਿਆ, ਹੈਂ। ਇੰਨਾ ਗਠੀਆ, ਇੰਨਾ ਕੁ, ਹੈਂ, ਥੈਲੇ ਬੰਨ੍ਹ ਲਿਆ, ਇਹ ਬੰਨੇ ਹੋਏ। ਔਰ ਕਈ ਮਟੀਆ, ਕਹਿੰਦੇ ਮਿੱਟੀ 'ਚ ਦੱਬਿਆ ਆ। ਵੀ ਸਰਕਾਰ ਬਦਲ ਜੂ, ਸੋਨਾ ਸੋਨਾ ਦੱਬ ਛੱਡੀਏ, ਫਿਰ ਕੱਢ ਕੇ ਭੋਰ ਭੋਰ ਖਾਈ ਜਾਵਾਂਗੇ। ਮਿੱਟੀ ਦੱਬ ਲੈਂਦੇ ਨਾ ਅਮੀਰ ਬੰਦੇ, ਦੱਬਿਆ। ਕੁਝ ਕਹਿੰਦੇ ਗੰਠ 'ਚ ਰੱਖਿਆ, ਕੋਈ ਮਿੱਟੀ ਭਰ ਕੇ ਰੱਖਿਆ। ਕਹਿੰਦੇ ਅੰਤ ਨੂੰ ਜੀਵ ਦੇ ਨਾਲ ਕੁਝ ਵੀ ਨਹੀਂ ਜਾਣਾ, ਸੰਗ ਨਾ ਕਛ ਲੈ ਜਾਏ, ਕੁਝ ਵੀ ਨਾਲ ਲੈ ਕੇ ਨਹੀਂ ਜਾਣਾ। ਆ ਸਰੀਰ ਰੂਪੀ ਮਿੱਟੀ ਲਈ ਕਰਦਾ, ਸਰੀਰ ਨਹੀਂ ਰਹਿਣਾ ਅਤੇ ਦੂਆ ਕਿੱਥੋਂ ਰਹੂਗਾ, ਹੈਂ। ਅਤੇ ਇਸ ਵਾਸਤੇ ਰਹਾਓ, ਦੇਹਰੀ ਬੈਠੀ ਮੇਹਰੀ ਰੋਵੈ, ਦੁਆਰੇ ਲਓ ਸੰਗ ਮਾਏ। ਜਿਹੜੇ ਫੂਕ ਨਿਕਲ ਗਈ, ਦਰਵਾਜ਼ੇ 'ਚ ਦੇਹਰੀ ਦਲੀ 'ਤੇ ਬੈਠੀ ਹੋਈ ਨਾ ਮੇਰੀ, ਉਹਦੀ ਫਿਰ ਘਰ ਵਾਲੀ ਜਿਹੜੀ ਹੈ ਉਹ ਵੀ ਚੁੰਡਾ ਖੋਲ੍ਹ ਕੇ ਰੋਂਦੀ ਹੈ, ਦੁਹੱਥੜੀਆਂ ਮਾਰਦੀ ਹੈ ਕਿ ਬਾਹਰਲੇ ਦਰਵਾਜ਼ੇ ਤੱਕ ਮਾਤਾ ਰੋਂਦੀ ਜਾਂਦੀ ਹੈ, ਉਹ ਦਲੀ 'ਤੇ ਬੈਠੀ ਗਾਹ ਨਹੀਂ ਜਾਂਦੀ। ਕਹਿੰਦੇ ਇਹ ਵੱਡੇ ਲੋਕਾਂ ਦੀਆਂ ਇਸਤਰੀਆਂ ਬਾਹਰ ਨਹੀਂ ਜਾਂਦੀਆਂ, ਪੂਰਬ ਵਿੱਚ ਹਾਲੇ ਵੀ ਬਾਹਰ ਨਹੀਂ ਜਾਂਦੀਆਂ, ਸ਼ਮਸ਼ਾਨ ਘਾਟ 'ਚ ਉੱਥੇ ਰੋਂਦੀਆਂ ਬੈਠੀਆਂ, ਹੈਂ। ਅਤੇ ਦੁਆਰ ਤੱਕ ਮਾਂ ਜਾਂਦੀ ਹੈ, ਉਹ ਸਾਦਲ 'ਤੇ ਬੈਠੀ ਰਹਿੰਦੀ ਘਰ ਵਾਲੀ। ਮਰਹਟ ਲੱਗ ਸਭ ਲੋਕ ਕਟੰਬ ਮਿਲ, ਹੰਸ ਅਕੇਲਾ ਜਾਏ। ਕਹਿੰਦੇ ਕੁਟੰਬ ਦੇ ਜਿਹੜੇ ਲੋਕ ਆ, ਉਹ ਸ਼ਮਸ਼ਾਨ ਭੂਮੀ ਤੋਂ ਮਿਲ ਕੇ ਜਾਂਦੇ ਆ, ਹੰਸ ਅਕੇਲਾ ਜਾਏ। ਅਤੇ ਜਿਹੜਾ ਹੰਸ ਜੀਵ ਆ, ਉਹ ਸਰੀਰ ਜਿਹੜੇ ਪ੍ਰਾਣਾਂ ਦਾ ਵਿਯੋਗ ਹੋ ਜਾਂਦਾ, ਉਹ ਇਕੱਲਾ ਜਾਂਦਾ ਮਸਾਣ ਭੂਮਾ 'ਤੇ। ਪਰ ਅੱਗੇ ਜੀਵ ਤਾਂ ਇਕੱਲਾ ਹੀ ਜਾਂਦਾ, ਮਸਾਣ 'ਤੇ ਚੱਲ ਜਾਂਦੇ ਆ ਕਈ, ਹੈਂ। ਜੇ ਉੱਥੇ ਹੁਣ ਬੰਦਾ 10 ਲੱਖ ਚੱਲ ਜੂ, ਉਹ ਜਿੰਦਾ ਕਰ ਦੇਣਗੇ ਉਹਨੂੰ,
ਜਾਂ ਬੈਂਡ ਬਾਜੇ ਵਜਾਓਗੇ, ਇਹ ਤਾਂ ਮਿੱਠਾ ਠਾਵਾਗਾ। ਬੜੀ ਦੁਨੀਆ ਆਈ ਬਈ, ਹੁਣ ਬੜੀ ਦੁਨੀਆ ਨੇ ਜਿੰਦਾ ਤਾਂ ਕੀਤਾ ਨਾ ਇਹਨੂੰ। ਹਾਂਜੀ, ਉਹ ਇਕੱਲਾ ਹੀ ਚੱਲ ਜਾਂਦਾ, ਅੱਗੇ ਚਲੇ ਜਾਂਦਾ। ਫਿਰ ਪਰੇ ਜਾ ਕੇ ਜੀਵ ਇਕੱਲਾ ਜਾਂਦਾ। ਫਿਰ ਲੋਕ ਕੀ ਕਰਦੇ ਆ ਫਿਰ ਉੱਥੇ ਡੱਖੇ ਜਿਹੇ ਤੋੜ ਕੇ ਨਾ ਸਿੱਟ ਦਿੰਦੇ ਆ। ਫਿਰ ਉਹ ਨਿਰਾਸ਼ ਹੋ ਕੇ ਚੱਲ ਜਾਂਦਾ। ਉਹ ਕਹਿੰਦਾ ਜਿਹਨਾਂ ਨੂੰ ਮੈਂ ਆਪਣਾ ਜਾਣਦਾ ਸੀ, ਅੱਜ ਇਹਨਾਂ 'ਚ ਕੋਈ ਵੀ ਮੇਰੇ ਨਾਲ ਨਹੀਂ। ਫਿਰ ਇਕੱਲਾ ਹੀ ਜਾਂਦਾ। ਬਹਿ ਸੁਤ ਬਹਿ ਬਿਤ ਬਹਿਪੁਰ ਪਾਟਨ ਬੋਰ ਨਾ ਦੇਖਿਆ ਏ। ਕਹਿੰਦੇ ਬਹਿ ਮੇਰਾ ਪੁੱਤ ਆ, ਇਹਨੂੰ ਪੈਦਾ ਕੀਤਾ ਸੀ, ਪਾਲਿਆ ਸੀ। ਇਹ ਬਿਤ ਮੇਰਾ ਧਨ ਆ, ਇਹ ਮੇਰਾ ਪੁਰ ਸ਼ਹਿਰ ਆ, ਇਹ ਪਾਟਨ ਵੱਡਾ ਸ਼ਹਿਰ ਆ। ਬੋਰ ਨਾ ਦੇਖਿਆ ਏ। ਤੇਲ ਫੂਕ ਨਿਕਲ ਕੇ ਮੁੜ ਕੇ ਆ ਕੇ ਦੇਖਦਾ ਮੇਰਾ ਸ਼ਹਿਰ ਕਿੱਥੇ ਆ। ਕੋਈ ਆਇਆ ਮੁੜ ਕੇ, ਕੋਠੀ ਦੇਖਣ ਆਇਆ, ਬੈੱਡ ਦੇਖਣ ਆਇਆ, ਫਿਰ ਫਰਿੱਜ ਨਵੀਂ ਲਿਆਂਦੀ ਸੀ, ਕੱਪੜੇ ਤੋਂ ਮਸ਼ੀਨ ਨਵੀਂ ਲਿਆਂਦੀ ਸੀ, ਰੰਗੀਨ ਟੈਲੀਵਿਜ਼ਨ ਲਿਆਂਦਾ ਸੀ। ਹੁਣ ਉਹਦਾ ਦੇਖਣ ਕੋਈ, ਕਰੋਕਰੀ ਦਾ ਸਮਾਨ ਪਿਆ ਸੀ, ਆ ਗਹਿਣੇ ਗੁਣੇ ਲਿਆਂਦੇ ਹੋਏ ਸੀ। ਕਹਿਤ ਕਬੀਰ ਰਾਮ ਕੀ ਨਾ ਸਿਮਰਿਆ ਜਨਮ ਅਕਾਰਥ ਜਾਏ। ਕਬੀਰ ਸਾਹਿਬ ਕਹਿੰਦੇ ਇਹ ਲੋਕੋ, ਤੁਸੀਂ ਪਰਮੇਸ਼ਰ ਦਾ ਸਿਮਰਨ ਕਿਉਂ ਨਹੀਂ ਕਰਦੇ? ਕਿਉਂ ਉਮਰ ਨੂੰ ਵਿਅਰਥ ਗਵਾਈ ਜਾਂਦੇ ਆ? ਨਾਮ ਤੋਂ ਬਿਨਾਂ ਇਹ ਜਿਹੜਾ ਜਨਮ ਆ ਵਿਅਰਥ ਬੀਤਦਾ ਜਾ ਰਿਹਾ। ਅੱਛਾ, ਜਿਹੜੇ ਸੰਗ 'ਚ ਬੈਠੇ ਮੋਹਰੇ ਰੁਮਾਲ ਰੱਖਿਆ ਕਰ, ਉਵੇਂ ਹੁਆੜ ਕੱਢ ਕੱਢ ਦੂਏ ਨੂੰ ਬਿਮਾਰ ਕਰ ਦੇਵੋਗੇ। ਕੋਈ ਅਕਲ ਸਿੱਖੀ ਦੀ ਹੁੰਦੀ ਹੈ। ਕਹਿਤ ਕਬੀਰ ਰਾਮ ਕੀ ਨਾ ਸਿਮਰਿਆ ਜਨਮ ਅਕਾਰਥ ਜਾਏ। ਪਰਮੇਸ਼ਰ ਸਿਮਰਨ ਨਹੀਂ ਕਰਦੇ, ਜਨਮ ਅਕਾਰਥ ਵਿਅਰਥ ਚਲੇ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।